न्यूज़ 18 थोड़ी देर ਦੇ ਵਿੱਚ ਤਸਵੀਰਾਂ ਦੇ ਨਾਲ ਤੁਹਾਡੇ ਸਾਹਮਣੇ ਖੁਲਾਸਾ ਕਰੇਗਾ ਕਿ ਕਿਵੇਂ ਦੇਸ਼ ਦੇ ਵਿੱਚ ਦਹਿਸ਼ਤਗਰਦੀ ਘੁਸਪੈਠ ਨੂੰ ਜਾਂ ਦਹਿਸ਼ਤਗਰਦੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸ਼ੁਰੂਆਤ ਕੁਝ ਤਸਵੀਰਾਂ ਦੇ ਨਾਲ ਕਰਨ ਜਾ ਰਹੇ ਹਾਂ ਔਰ ਸਵਾਲ ਇਹੀ ਚੁੱਕਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਨਜਿੱਠਿਆ ਜਾਵੇ। ਸਵਾਲ ਇਹੀ ਚੁੱਕਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ। ਡਰੋਨ ਤੁਹਾਨੂੰ ਨਜ਼ਰ ਆ ਰਿਹਾ ਹੈ, ਡਰੋਨ ਇੱਕ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਸ ਤੋਂ ਅੱਗੇ ਕੀ ਹੁੰਦਾ ਹੈ? ਕੁਝ ਲੋਕ ਇੱਕ ਡਰੋਨ ਨੂੰ ਫੜ ਕੇ ਖੜੇ ਹੋਏ ਨੇ। ਕੀ ਹੁੰਦਾ ਇਸ ਤੋਂ ਅੱਗੇ? ਕੁਝ ਹੀ ਪਲਾਂ ਦੇ ਵਿੱਚ ਪੂਰੀ ਤਸਵੀਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਇਸ ਡਰੋਨ ਦੇ ਜ਼ਰੀਏ ਕੀ ਕੋਈ ਹਵਾ ਦੇ ਵਿੱਚ ਸ਼ਖਸ ਉੱਡ ਸਕਦਾ ਹੈ? ਇਹ ਤਸਵੀਰ ਲਸ਼ਕਰ ਦੇ ਕੈਂਪ ਦੇ ਉੱਤੋਂ ਨਿਊਜ਼ 18 ਦੇ ਕੋਲ, ਨਿਊਜ਼ 18 ਨੈਟਵਰਕ ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਜਿਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਕੋਈ ਸ਼ਖਸ ਡਰੋਨ ਦੇ ਜ਼ਰੀਏ ਭਾਰਤ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ। ਨਿਊਜ਼ 18 ਪੰਜਾਬ ਇਹ ਕੋਸ਼ਿਸ਼ ਕਰੇਗਾ ਕਿ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਇਆ ਜਾਵੇ। ਖਾਸ ਤੌਰ ਤੇ ਜਿਹੜੇ ਸਰਹੱਦੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਲੋਕ ਨੇ ਉਹ ਇਹਨਾਂ ਤਸਵੀਰਾਂ ਨੂੰ ਬਹੁਤ ਗੌਰ ਦੇ ਨਾਲ, ਧਿਆਨ ਦੇ ਨਾਲ ਜ਼ਰੂਰ ਦੇਖਣ। ਖਾਸ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਦੇ ਲੋਕ, ਇਹ ਜ਼ਿਲ੍ਹੇ ਜਿਹੜੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਲੱਗਦੇ ਨੇ ਔਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਸ ਤਰੀਕੇ ਨਾਲ ਡਰੋਨ ਦੇ ਜ਼ਰੀਏ ਕਦੇ ਨਸ਼ਾ, ਡਰੋਨ ਦੇ ਜ਼ਰੀਏ ਕਦੇ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤਾਂ ਕਿ ਇਸ ਤਰੀਕੇ ਨਾਲ ਹੀ ਕੋਈ ਹੋਰ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਲਸ਼ਕਰ ਹੈ। ਲਸ਼ਕਰ ਕੌਣ ਹੈ? ਲਸ਼ਕਰ-ਏ-ਤੌਇਬਾ ਜੋ ਇੱਕ ਟੈਰਰਿਸਟ ਗਰੁੱਪ ਹੈ ਜਿਸ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਚਾਹੇ ਜੰਮੂ ਕਸ਼ਮੀਰ ਵਾਲੇ ਪਾਸੇ ਤੋਂ ਹੋਵੇ ਔਰ ਉਹ ਚਾਹੇ ਪੰਜਾਬ ਵਾਲੇ ਬਾਰਡਰ ਤੋਂ ਹੋਵੇ, ਉਹ ਚਾਹੇ ਰਾਜਸਥਾਨ ਵਾਲੇ ਬਾਰਡਰ ਤੋਂ ਕੀਤੀ ਜਾਵੇ ਕੋਸ਼ਿਸ਼। ਇਨਫੈਕਟ ਜਿਹੜਾ ਗੁਜਰਾਤ ਦੇ ਨਾਲ ਲੱਗਦਾ ਬਾਰਡਰ ਹੈ ਸਮੁੰਦਰ ਵਾਲਾ, ਉਸ ਤੋਂ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਤਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵੱਡੀ ਖਬਰ ਕੀ ਹੈ ਸਾਡੇ ਕੋਲ ਇਸ ਸਮੇਂ? ਜਾਣਕਾਰੀ ਨਿਊਜ਼ 18 ਸੁਪਰ ਐਕਸਕਲੂਸਿਵ, ਉਹ ਤੁਹਾਨੂੰ ਦਿਖਾਵਾਂਗੇ। ਉਸ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਿਊਜ਼ 18 ਸੁਪਰ ਐਕਸਕਲੂਸਿਵ, ਇਹ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਪਰ ਪਹਿਲਾਂ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਵੱਡੀ ਖਬਰ ਜੋ ਦਹਿਸ਼ਤਗਰਦਾਂ ਦੇ ਨਾਲ ਜੁੜੀ ਹੋਈ ਹੈ, ਵੱਡੀ ਖਬਰ ਜੋ ਡਰੋਨ ਦੇ ਨਾਲ ਜੁੜੀ ਹੋਈ ਹੈ। ਡਰੱਗ ਹਥਿਆਰਾਂ ਦੀ ਸਪਲਾਈ ਤੋਂ ਬਾਅਦ ਹੁਣ ਡਰੋਨ ਦੇ ਜ਼ਰੀਏ ਸਿੱਧੇ ਅੱਤਵਾਦੀ ਭੇਜਣ ਦੀ ਕੋਸ਼ਿਸ਼ ਵੀ ਲਸ਼ਕਰ ਦੇ ਵੱਲੋਂ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਨਵੀਂ ਸਾਜ਼ਿਸ਼ ਹੈ ਜੋ ਬੇਨਕਾਬ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਨਾ ਤਸਵੀਰਾਂ ਦੇ ਜ਼ਰੀਏ। ਇਹ ਦੇਸ਼ ਨੂੰ, ਸਰਹੱਦ ਦੇ ਉੱਤੇ ਰਹਿੰਦੇ ਲੋਕਾਂ ਨੂੰ ਲਾਜ਼ਮੀ ਤੌਰ ਤੇ ਸਾਵਧਾਨ ਕਰਨ ਵਾਲੀ ਇਹ ਪੂਰੀ, ਤੁਸੀਂ ਕਹਿ ਸਕਦੇ ਹੋ ਕਿ ਵੀਡੀਓ ਜੋ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਏਗੀ ਔਰ ਵੀਡੀਓ ਦੇਖ ਕੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਜੇਕਰ ਇਸ ਦੇ ਵਿੱਚ ਕਾਮਯਾਬ ਹੁੰਦੇ ਨੇ ਦੇਸ਼ ਦੇ ਦੁਸ਼ਮਣ ਲਸ਼ਕਰ ਜਾਂ ਲਸ਼ਕਰ ਦੇ ਨੁਮਾਇੰਦੇ ਜਾਂ ਲਸ਼ਕਰ ਦੇ ਦਹਿਸ਼ਤਗਰਦ ਤਾਂ ਇੱਕ ਵੱਡੀ ਚੁਣੌਤੀ ਭਾਰਤ ਦੇ ਸਾਹਮਣੇ ਲਾਜ਼ਮੀ ਤੌਰ ਤੇ ਖੜੀ ਹੋ ਸਕਦੀ ਹੈ। ਦੇਸ਼ ਦੀ ਸਰਹੱਦ ਨੂੰ BSF ਬਿਲਕੁਲ ਪ੍ਰੋਟੈਕਟ ਕਰਦੀ ਹੈ। ਦੇਸ਼ ਦੀ ਸਰਹੱਦ ਦੇ ਉੱਤੇ BSF ਦੇ ਜਵਾਨ 24 ਘੰਟੇ ਹਰ ਦਿਨ ਮੀਂਹ, ਬਰਸਾਤ, ਤੂਫਾਨ ਦੇ ਵਿੱਚ ਲੱਗੇ ਰਹਿੰਦੇ ਨੇ। ਪਰ ਬਾਵਜੂਦ ਇਸ ਦੇ ਕੀ ਕੋਈ ਵੱਡੀ ਚੁਣੌਤੀ ਹੈ ਜੋ ਇਸ ਸਮੇਂ ਦੇਸ਼ ਦੇ ਸਾਹਮਣੇ ਹੈ ਕਿ ਇਹ ਡਰੋਨ ਦੇ ਜ਼ਰੀਏ ਅੱਤਵਾਦੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ, ਕਿ ਅੱਤਵਾਦੀਆਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਦੇ ਵਿੱਚ ਲਸ਼ਕਰ ਹੈ। ਤਾਂ ਇਹ ਵੱਡੀ ਖਬਰ ਉਸ ਦੇ ਨਾਲ ਹੁਣ ਅਸੀਂ ਤਸਵੀਰਾਂ ਦਾ ਰੁਖ ਕਰਦੇ ਹਾਂ ਕਿ ਤਸਵੀਰਾਂ ਕੀ ਕੁਝ ਆ ਰਹੀਆਂ ਨੇ। ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜਲਦ ਅਸੀਂ ਲੈ ਕੇ ਆਵਾਂਗੇ। ਐਕਸਕਲੂਸਿਵ ਵੀਡੀਓ ਨਿਊਜ਼ 18 ਪੰਜਾਬ ਤੁਹਾਡੇ ਤੱਕ ਲੈ ਕੇ ਆ ਰਿਹਾ ਹੈ। ਇੱਕ ਵਾਰੀ ਫੁੱਲ ਵਿਜ਼ੂਅਲ ਪੂਰੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਹਵਾ ਚ ਉੱਡਦਾ ਅੱਤਵਾਦੀ ਨਜ਼ਰ ਆ ਰਿਹਾ ਹੈ। ਬਹੁਤ ਐਕਸਕਲੂਸਿਵ ਤਸਵੀਰਾਂ। ਤਾਂ ਹਵਾ ਦੇ ਵਿੱਚ ਉੱਡਦਾ ਅੱਤਵਾਦੀ ਕਿਸ ਤਰੀਕੇ ਨਾਲ ਹੈ? 3 ਤੋਂ 4 ਡਰੋਨ ਦੇ ਜ਼ਰੀਏ ਇੱਕ ਸ਼ਖਸ ਨੂੰ ਉਡਵਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਇਹ ਲਸ਼ਕਰ ਦੇ ਕੈਂਪ ਦੀਆਂ ਤਸਵੀਰਾਂ ਨੇ। ਇਹ ਕਿਸ ਤਰੀਕੇ ਨਾਲ ਡਰੋਨ ਦੇ ਜ਼ਰੀਏ ਪਾਣੀ ਦੇ ਵਿੱਚ ਜਾ ਕੇ ਫਿਰ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ, ਯਾਨੀ ਕਿ ਉਸ ਨੂੰ ਲੈਂਡ ਸ਼ਖਸ ਨੂੰ ਕਰਵਾ ਦਿੱਤਾ ਜਾਂਦਾ ਹੈ। ਇੱਕ ਵਾਰੀ ਸ਼ੁਰੂਆਤ ਤੋਂ ਤੁਸੀਂ ਵੀਡੀਓ ਦੇਖੋ। ਡਰੋਨ ਦੇ ਨਾਲ ਕੋਈ ਸ਼ਖਸ ਲਟਕਿਆ ਹੋਇਆ, ਬੰਨਿਆ ਹੋਇਆ ਉਸ ਨੂੰ ਰੱਸੀ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਡਰੋਨ ਉੱਚਾ ਉੱਡਦਾ ਚਲਾ ਜਾਂਦਾ ਹੈ। ਇਹ ਵੀ ਜਾਣਕਾਰੀ ਹੈ ਕਿ ਡਰੋਨ ਦੀ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ, ਯਾਨੀ ਕਿ ਕਈ ਕਿਲੋਮੀਟਰ ਦੂਰ ਵੀ ਡਰੋਨ ਦੇ ਜ਼ਰੀਏ ਕਿਸੇ ਸ਼ਖਸ ਨੂੰ ਭੇਜਿਆ ਜਾ ਸਕਦਾ ਹੈ। ਆਮ ਤੌਰ ਤੇ ਜੇਕਰ ਅਸੀਂ ਜ਼ਿਕਰ ਕਰੀਏ ਕਿ ਭਾਰ ਇੱਕ ਆਮ ਸ਼ਖਸ ਦਾ 60-70 ਕਿਲੋ, 80 ਕਿਲੋ ਦੇ ਆਸ-ਪਾਸ ਹੁੰਦਾ, ਯਾਨੀ ਕਰੀਬ 70 ਕਿਲੋ। ਤਾਂ ਜਾਣਕਾਰੀ ਵੀ ਦੱਸਦੇ ਨੇ ਕਿ ਇਸ ਡਰੋਨ ਦੇ ਜ਼ਰੀਏ 70 ਕਿਲੋ ਤੱਕ ਦਾ ਵੀ ਭਾਰ ਜਿਹੜਾ ਉਹ ਚੁੱਕ ਕੇ ਲਿਜਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਡਰੋਨ ਦੇ ਜ਼ਰੀਏ ਹਥਿਆਰ, ਡਰੋਨ ਦੇ ਜ਼ਰੀਏ ਹੈਰੋਇਨ, ਨਸ਼ਾ, ਇਹ ਸਭ ਕੁਝ ਸਪਲਾਈ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜਿਵੇਂ ਜਿਵੇਂ ਟੈਕਨੀਕ ਡਰੋਨ ਦੇ ਵਿੱਚ ਅੱਗੇ ਵਧ ਰਹੀ ਹੈ, ਇਹ ਦੇਸ਼ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਜਾਂ ਕਹੀਏ ਕਿ ਚੁਣੌਤੀ ਜ਼ਰੂਰ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਵਾਰੀ ਸਕਰੀਨ ਦੇ ਉੱਤੇ ਵੀ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾਈਏ ਕਿ ਆਖਿਰ ਕੀ ਕੁਝ ਇਹ ਤਸਵੀਰਾਂ ਨੇ ਬਿਆਨ ਕਰਦੀਆਂ ਨੇ ਔਰ ਇਹਨਾਂ ਤਸਵੀਰਾਂ ਦੇ ਜ਼ਰੀਏ ਕੀ ਸਭ ਕੁਝ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਦਰਅਸਲ ਇਹ ਅੱਤਵਾਦੀ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਪਾਕਿਸਤਾਨ ਦੇ ਵਿੱਚ ਲਸ਼ਕਰ ਆਪਣੇ ਕੈਂਪ ਦੇ ਵਿੱਚ ਕੁਝ ਇਸ ਤਰੀਕੇ ਨਾਲ ਅੱਜਕੱਲ ਪ੍ਰੈਕਟਿਸ ਕਰਵਾ ਰਹੇ, ਤਰੀਕੇ ਨਾਲ ਅਭਿਆਸ ਕਰਦੇ ਨੇ। ਫੈਂਸਿੰਗ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਭਾਰਤ ਦੀ ਜਿਹੜੀ ਫੈਂਸਿੰਗ ਹੈ ਪਾਕਿਸਤਾਨ ਵਾਲੇ ਪਾਸੇ ਉਹ 10 ਫੁੱਟ ਦੇ ਕਰੀਬ ਹੈ, 10 ਫੁੱਟ 11 ਫੁੱਟ ਤੁਸੀਂ ਕਹਿ ਸਕਦੇ ਹੋ, ਯਾਨੀ ਉਸ ਨੂੰ ਟੱਪਣਾ ਕੋਈ ਆਸਾਨ ਨਹੀਂ। ਫੈਂਸਿੰਗ ਦੇ ਵਿੱਚ ਜਿਹੜੀਆਂ ਲੋਹੇ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਬਾਰਡਰ ਦੇ ਉੱਤੇ, ਉਹ ਬਿਲਕੁਲ ਉਸ ਦੇ ਵਿੱਚ ਕਰੰਟ ਦੌੜਦਾ ਰਹਿੰਦਾ ਹੈ। ਪੈਟਰੋਲਿੰਗ ਹਮੇਸ਼ਾ ਰਹਿੰਦੀ ਹੈ ਉੱਥੇ, ਅਸੀਂ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਦਿਖਾਇਆ ਹੈ। ਪਰ ਹੁਣ
इस बॉर्डर ਨੂੰ ਪਾਰ ਕਰਨ ਦੇ ਲਈ, ਇਸ ਫੈਂਸਿੰਗ ਨੂੰ ਪਾਰ ਕਰਨ ਦੇ ਲਈ ਕੁਝ ਇਸ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। मैं शुरुआत करदा ड्रोन जिथे पानी है नीचे बिल्कुल पानी है और ड्रोन दे नाल बिल्कुल बन्निया होया शख्स आया ते उस तो बाद ड्रॉप किया जाता है पानी दे विच ड्रॉप किया जाता है। उस तो बाद अगे जिहड़े होर लोग ने वो भी उत्थे पहुंच जाते हैं। तो एक तरीके नाल ट्रेनिंग है। साडे कोल भी इन्फॉर्मेशन है कि लश्कर इस कोशिश दे विच कामयाब भी होया। हालांकि हुण तक अधिकारिक तौर दे उत्ते इस दी तस्दीक नहीं की गई कि ड्रोन के जरिए कोई शख्स भारत दे विच एंटर करिया कि नहीं करिया, पर लश्कर दे वल्लों ये पूरी प्लैनिंग की जा रही है कि पंजाब दे विच खास तौर पे पंजाब दे बॉर्डर नूं किस तरीके नाल पार किया जाए। तो फेंसिंग जिहड़ी मैं जिक्र कर रहा कि करीब करीब 10 तो 12 फुट फेंसिंग हो रखी है, उच्ची फेंसिंग, और उसनूं पार करना सीधे तौर के उत्ते मुमकिन नहीं है। तुसीं हथ लगाओगे उत्थे करंट हुंदा है तो यानी कि मौत होने का खदशा है। उस तो बाद उसके आले दुआले बहुत पेट्रोलिंग होंदी है। कदे ਵੱਖ-ਵੱਖ ਜਿਹੜੀਆਂ ਕੰਪਨੀਆਂ ਨੇ BSF ਦੀਆਂ ਉਹਨਾਂ ਦੇ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਹੈ, ਪਰ ਕੀ ਇਸ ਤਰੀਕੇ ਦੇ ਨਾਲ ਹੁਣ ਫੈਂਸਿੰਗ ਪਾਰ ਕਰਨ ਦੀ ਕੋਸ਼ਿਸ਼ ਡਰੋਨ ਦੇ ਜ਼ਰੀਏ ਇਹ ਕਰੀਬ-ਕਰੀਬ ਹਵਾ ਦੇ ਵਿੱਚ ਬਿਲਕੁਲ ਲੱਗ ਰਿਹਾ ਸ਼ਖਸ ਰਾਤ ਦੇ ਸਮੇਂ ਦੇ ਵਿੱਚ ਇਹ ਬਿਲਕੁਲ ਪੈਰ ਲਟਕਦੇ ਹੋਏ ਇਸ ਸ਼ਖਸ ਦੇ ਨਜ਼ਰ ਆ ਰਹੇ ਨੇ। ਹਵਾ ਦੇ ਵਿੱਚ ਇਹ ਸ਼ਖਸ ਉੜਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕਾबिल गौर है कि करीब ਇਹ ਤੁਸੀਂ ਕਹਿ ਸਕਦੇ ਹੋ ਕਿ 6 ਫੁੱਟ ਦੇ ਆਸ-ਪਾਸ ਇਹ ਸ਼ਖਸ ਲੱਗ ਰਿਹਾ ਹੈ। यानी 70-75 किलो का एक इंसान जिउंदा जागदा इंसान ड्रोन चुकेगा, ड्रोन दे नाल बन के लश्कर दे दहशतगर्द भेजणगे और सरहद पार करके भारत वाले पासे पंजाब वाले पासे साडे देश दे विच इनफिल्ट्रेशन की कोशिश की जा सकती है। तो एक वड्डी साजिश है जिसनूं बेनकाब तस्वीरां कर रही ने न्यूज़ 18 एक्सक्लूसिव और ड्रोन के जरिए। और यह भी काबिल गौर है कि उत्थे पूरी ट्रेनिंग है। कहा जा रहा है कि लश्कर के कैंप दी कुछ तस्वीरां ने और इस दे जरिए एक शख्स जिसनों एक रस्सी दे नाल बन्निया गया, रस्सी नाल बन के फिर ड्रोन दे नाल बंन दिता जाता है। और ड्रोन कोई छोटा नहीं है, एक शख्स तुहानूं नजर आ रहा और ड्रोन इत्थों शुरू होकर बिल्कुल इत्थे तक जिहड़े उसदे तुसीं कह सकते हो कि विंग्स लगे हुए ने, जिहड़े पर लगे हुए ने बहुत दूर ने, यानी कि बहुत वड्डा ड्रोन इस समय नजर आ रहा है एक शख्स और उसदे करीब 5 फुट इधर 5 फुट इधर इन्ना वड्डा ड्रोन है। कि लगातार आप जिक्र किया कि ड्रोन के जरिए जी कोशिश की जाती है और जिवें टेक्नीक दे विच बहुत इजाफा होया, टेक्नीक नवीं सामने आई है, उस दे विच ड्रोन बहुत एक वड्डी चुनौती है। और ड्रोन पहला जो बिल्कुल शुरुआती दौर दे विच ड्रोन 100 ग्राम 200 ग्राम या कहिए कि 500 ग्राम 1 किलो तक कोई चीज़ चुकण दे विच समर्थ हुंदे सी। टेक्नीक वधी गई और ड्रोन के जरिए जिहड़ियां वड्डियां चीज़ां ने उहनूं भी चुकिया जान लग्या, लिफ्ट किया जाता है। बिल्कुल दहशतगर्द कोई इत्थों लिफ्ट किया ड्रोन के नाल और परले पासे ले जाके सुट दिता। हुण सवाल इत्थे जरूर है कि पाकिस्तान वाले पासे जिहड़े पाकिस्तान के रेंजर्स ने कि उन्हां दे वल्लों नहीं रोकिया जाता। तो जवाब है कि पाकिस्तान के रेंजर्स तो सब कुछ करवाउंदे ने, वो तो देश के खिलाफ साजिशां जिहड़ियां घड़ियां जांदियां ने उस दे विच लश्कर का साथ दिंदे ने। इस समय दे उत्ते तत्थ निकल के सामने आए ने। काबिल गौर है कि इत्थों तक जानकारियां हुंदियां ने कि बिल्कुल जिथे पाकिस्तानी रेंजर्स की चौकी है उसके पिछे तो ड्रोन उड़ता है तो नशे या हथियार की सप्लाई भारत वाले पासे करन पहुंच जाता है, जिसनों नेस्ता नाबूद कर देंगे ने। पर इत्थे बहुत बड़ी चुनौती है कि जो कोई शख्स आ गया तो सब तो पहले आइडेंटिफाई करना भी मुश्किल हो जाएगा कि पाकिस्तान तो आया या इत्थे दा ही सी। जे उसनूं काबू कर भी लिया गया तो फिर कि वह दहशतगर्द है या फिर मौजूदा जिथे भारत के कोई पिंड का ही नागरिक है, यह भी एक बड़ी चुनौती होगी। मैं एक बार फिर तो वीडियो के उत्ते फोकस करने की कोशिश करदा है कि एक ड्रोन तुहानूं नजर आ रहा है, ये बिल्कुल एक शख्स नाल उड़दा होया नजर आ रहा है, उसके पैर और हिलदा होया अगे ड्रोन जो बिल्कुल हाइट लैंदा नजर आ रहा है। यानी कि 10-12 फुट की ऊंचाई तुसीं क्रॉस करके दूजे वाले पासे जाना है फेंसिंग नूं, पर उसके नाल कई किलोमीटर अगे तक भी जा सकते हो। अजकल जिहड़े ड्रोन आउंदे ने ये कहा जाता है कि उन्हां दी जिहड़ी रेंज है कि एक जगह तुसीं खड़ के ड्रोन नूं फ्लाई करवा रहे हो, उड़ा रहे हो, तो करीब 15 किलोमीटर 20 किलोमीटर तक भी अगे तक चलिया जाता है, फिर उस तो बाद वापस तुहाडे कोल आ जाएगा। इसका मतलब यह है कि जेकर इन्ना मजबूत ड्रोन है तो फिर जिहड़ा इनफिल्ट्रेशन की कोशिश की जा रही है, हो सकता है कि करीब 2 किलोमीटर बाद, सरहद तो 4 किलोमीटर बाद, 5 किलोमीटर बाद जाके उतारिया जाए। हालांकि सुरक्षा एजेंसियां लाजमी तौर पर पूरे पुख्ता इंतजाम उत्थे करदियां ने और ड्रोन के लिए तो खास तौर पर कुछ यूनिट्स भी बना दी गई ने। पर सवाल यही है कि बहुत बड़ी चुनौती इस समय देश के सामने है। तो ड्रोन दी एक्सक्लूसिव तस्वीरां इस समय न्यूज़ 18 पंजाब के उत्ते जिहड़ियां तस्वीरां के जरिए असीं तुहाडे तक पहुंचा रहे हैं तस्वीरां होर जानकारी, क्योंकि असी कोशिश करांगे कि तुहानूं अमृतसर बॉर्डर तो अमृतसर तो की कुछ उत्थे इसनूं लैके जानकारी और हलचल है वो भी तुहाडे तक पहुंचाइए। तो इस दे नाल क्योंकि पूरी इन्फॉर्मेशन जो भी बॉर्डर के उत्ते हो रहा है वो दिल्ली हैडक्वार्टर तक पहुंच रही है। उत्थे की कुछ इस ड्रोन की पूरी खबर नूं लैके और वीडियो नूं लैके चर्चा है या फिर जानकारी है वो जानने की कोशिश करते हैं साडे सहयोगी शंकर आनंद तो। शंकर आनंद की एक रिपोर्ट तुहानूं दिखाने हैं, उस तो बाद असीं रुख करांगे अमृतसर।
आतंकी संगठन लश्कर-ए-तैयबा एक बड़ी साजिश को अंजाम देने की फिराक में है और अगर साजिश की अगर माने तो जिस तरह से ड्रोन के मार्फत से पहले ड्रग्स और इसके साथ साथ कई नशीली पदार्थों का जिस तरह से बकायदा पंजाब जम्मू कश्मीर में उसकी खेप पहुंचाई जाती थी, उसी पैटर्न पर किस तरह से आतंकियों को भारतीय सीमा के अंदर में पहुंचाना है, उसको घुसपैठ कराना है, इसकी साजिश रची जा रही है। और जिस तरह से लश्कर-ए-तैयबा के द्वारा पाकिस्तान के सीमा क्षेत्र के अंदर में एक विशेष ट्रेनिंग कैंप का एक खुलासा हुआ है और उस ट्रेनिंग कैंप में कुछ वीडियो जो बकायदा है, उस वीडियो को अगर देखा जाए, जिस तरह से बकायदा सोशल मीडिया पे कुछ वीडियोस भी जो है वायरल हुए हैं और उस वीडियो में की अगर माने तो उस वीडियो में इस तरह से दिखाया गया है कि तकरीबन 70 केजी के वेट के आतंकी को एक ड्रोन के मार्फत से उड़ाया जाता है और उसके बाद उसे एक जगह पे गिराया जाता है और जिस जगह पे गिराया जाता है वो पानी वाला एरिया, यानी कि वो पंजाब या जम्मू कश्मीर वाला जो इलाके में है, अगर उस जगह पे गिराया जाए तो किस तरह से आतंकी वहां से दूसरे जगह पे पहुंच सकता है। तो इस तरह की ट्रेनिंग कराई जा रही है और कहा जा सकता है कि जिस तरह से लश्कर-ए-तैयबा अपने पैटर्न को लगातार चेंज कर रहा है और खास तौर पर जिस तरह से ड्रग्स की खेप पहुंचाई जाती थी, खास तौर पर जम्मू कश्मीर और पंजाब वाले इलाके में, जो बॉर्डर से सटे इलाके में, तो इन तमाम मामलों की गंभीरता को देखते हुए अर्धसैनिक बल बीएसएफ, सीआरपीएफ विशेष तौर पर सतर्क हो गई है और इसके साथ साथ सीमावर्ती इलाकों में भी विशेष तौर पर जो सेना के जवान हैं, जो मुस्तैदी से बॉर्डर की रक्षा करते हैं, वहां पर उनकी जिनकी तैनाती होती है, विशेष तौर पर अलर्ट होकर इस तरह के तमाम ड्रोन की गतिविधियों पर भी नजर बनाए हुए हैं। वीडियो जर्नलिस्ट रमेश रत्नाकर के साथ शंकर आनंद, न्यूज़ 18 दिल्ली। आतंकी तस्वीरां लाजमी तौर ਤੇ ਇੱਕ ਤਰੀਕੇ ਨਾਲ ਹੈਰਾਨ ਕਰਨ ਵਾਲੀਆਂ ਨੇ ਕਿ ਵਾਕਈ ਇਸ ਤਰੀਕੇ ਨਾਲ ਮੁਮਕਿਨ ਹੈ ਕਿ ਫੈਂਸਿੰਗ ਨੂੰ ਪਾਰ ਕਰਨ ਦੇ ਲਈ, ਬਾਰਡਰ ਨੂੰ ਪਾਰ ਕਰਨ ਦੇ ਲਈ, ਦਹਿਸ਼ਤਗਰਦਾਂ ਦੀ ਘੁਸਪੈਠ ਦੇ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਸਕੇ। ਪੰਜਾਬ ਦੇ ਵਿੱਚ ਬਿਲਕੁਲ ਸਮਤਲ ਹੈ, ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਬਾਰਡਰ ਹੈ ਜਾਂ ਫੈਂਸਿੰਗ ਹੈ, ਇੱਥੇ ਪਹਾੜੀ ਇਲਾਕਾ ਨਹੀਂ ਹੈ, ਪਰ ਜਦੋਂ ਤੁਸੀਂ ਪਠਾਨਕੋਟ ਟੱਪਦੇ ਹੋ, ਜੰਮੂ ਕਸ਼ਮੀਰ ਦੇ ਵਿੱਚ ਪਹੁੰਚਦੇ ਹੋ ਤਾਂ ਉੱਥੇ ਬਿਲਕੁਲ ਪਹਾੜਾਂ ਦੇ ਉੱਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਪੂਰੀ ਜਿਹੜੀ ਫੈਂਸਿੰਗ ਹੈ ਜਾਂ ਫਿਰ ਸਿਕਿਉਰਿਟੀ ਉੱਥੇ ਮੌਜੂਦ ਹੈ, ਬੀਐਸਐਫ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਉੱਥੇ ਬਹੁਤ ਵੱਡੀ ਚੁਣੌਤੀ ਨਹੀਂ ਹੋਵੇਗੀ ਕਿ ਜਿਹੜੇ ਦੂਰ ਦੇ ਪਹਾੜ ਨੇ ਕਿ ਉੱਥੋਂ ਬਿਲਕੁਲ ਐਂਟਰ ਕਰਵਾਉਣ ਦੇ ਲਈ ਇਸ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਕੀਤਾ ਜਾਵੇ। ਅਸੀਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਅੰਮ੍ਰਿਤਸਰ ਦਸਤੇ ਦਾ ਰੁਖ ਕਰਦੇ ਹਾਂ। ਅੰਮ੍ਰਿਤਸਰ ਦਾ ਬਾਰਡਰ ਦਾ ਇਲਾਕਾ ਉਹ ਇਲਾਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਡਰੋਨ ਦੀ ਐਕਟੀਵਿਟੀ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੀ ਗਈ ਹੈ। ਕਦੇ ਹਥਿਆਰਾਂ ਦੀ ਸਪਲਾਈ ਦਾ ਜ਼ਿਕਰ ਹੁੰਦਾ ਹੈ ਤੇ ਕਦੇ ਇਹ ਕਿਹਾ ਜਾਂਦਾ ਹੈ ਕਿ ਨਸ਼ੇ ਦੀ ਸਪਲਾਈ ਹੋ ਰਹੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। और इनफैक्ट कोई ही दिन निकलता है जो ड्रोन ਨੂੰ ਲੈ ਕੇ कोई खबर ना आवे या ड्रोन कोई बरामद ना किया जाए या ड्रोन देख के बीएसएफ के जवानों ने जो फायर ना किया हो। तो लगातार इस तरीके दी घटनावां वापर रही ने। सीधा रुख करते हैं साडे सहयोगी इस समय राजीव शर्मा। राजीव शर्मा अमृतसर तो कुछ ही पलों के साडे नाल जुड़नगे, असीं उन्हां दा रुख करांगे और एक बार मैं वीडियो का जरूर जिक्र कर रहे हैं। इस असीं लिखिया भी इस करके है क्योंकि ये जो साडे कोल जानकारी है कि इस ड्रोन के जरिए ड्रोन बिल्कुल नॉर्मल नजर आ रहा है। अगले कुछ सैकेंड्स दे विच इस दे विचों एक शख्स निकलेगा, बिल्कुल उत्थों बन के आया गया सी या कहिए कि एक तरीके नाल उसदे बैठण दा अरेंजमेंट कर दिता गया और ये एक पानी वाला इलाका देखा जाता है कि जिथे पानी होवे उस दे विचों ड्रॉप करवाया जाए, यानी कि 20 फुट 30 फुट तो भी जेकर पानी दे विच छाल मारी जाएगी तो कुछ नहीं होएगा। और ये बहुत ट्रेंड होंदे ने जिन्हां नूं स्विमिंग यानी कि तैरना बहुत वधिया तरीके दे नाल आंदा है, इस करके पानी नूं चुनिया जाता है कि सट ना लगे, उत्थे तक पुलिस की नज़र ना जाए, सुरक्षा एजेंसियां की नज़र ना जाए। हुण सवाल यह भी है कि बिल्कुल ड्रोन के जरिए जे लिया जा रहा है तो बिल्कुल उत्थे आके पानी के उपर ही किवें छड्डिया जाएगा। तो यह भी टेक्नीक का इस्तेमाल किया जाता है, कहा जा रहा है कि जीपीएस का इस्तेमाल किया जाता है और जीपीएस के जरिए ड्रोन के जरिए पानी तक पहुंचाया जाता है उस शख्स को, तो उत्थे जाके फिर उसको ड्रॉप किया जाता है। सुरक्षा एजेंसियां इसको बहुत सीरीयसली लै रही ने। लाजमी तौर पर बहुत बड़ी गल है जो इस तरीके नाल हो रहा है कि इसनूं ड्रोन ड्रॉपिंग का नाम दिता गया कि ड्रोन के जरिए पिक करके एक थां तो दूजे थां ते शख्स नूं ड्रॉप करना। मैं रुख करदा राजीव शर्मा साडे सहयोगी इस समय साडे नाल जुड़ चुके ने। राजीव का रुख करांगे। राजीव, एक बहुत बड़ी खबर है, लाजमी तौर पर सरहद के उत्ते रहिंदे लोकां दे लई सावधान करने वाली खबर है। इनफैक्ट पूरे देश के लिए, पंजाब के लिए बड़ी खबर है कि किस तरीके दे नाल पंजाब दे विच या फिर देश दे विच एक घुसपैठ की कोशिश की जाती है और ड्रोन के जरिए एक हवा दे विच उड़दा अतवादी जो वीडियो दसी जा रही है, कही जा रही है कि लश्कर की पूरी कोशिश है। तो एक बहुत बड़ी चुनौती खास तौर पर अमृतसर के पूरे इलाके दे विच। और मैं जिक्र कर रहा सी राजीव कि पिछले कुछ समय दे विच अमृतसर दे विच खास तौर पर अमृतसर के जिले दे विच जिहड़ा बॉर्डर लगता है उत्ते बहुत ज्यादा एक्टिविटी ड्रोन की देखी गई है। की कुछ तैयारी है कि जेकर इस तरीके नाल हुंदा है या घुसपैठ की कोई कोशिश की जाती है देश के दुश्मनों के वलों तो फिर बीएसएफ या होर जिहड़े पुलिस के अधिकारी या सारियां एजेंसियां ने वो किवें इस दे नाल टैकल करनगियां? तुहाडे कोल की कुछ इन्फॉर्मेशन है ड्रोन्स नूं लैके खास तौर?
जी बिल्कुल गौरव, सब तो पहला तो मैं दसना चाहना कि भावें ये वीडियो हुण साडे तक पहुंची है और असी इस वीडियो नूं दिखा भी रहे हैं, पर जिहड़ियां सिक्योरिटी एजेंसीज़ ने, जिहड़ियां इंटैलीजेंस दियां वख-वख साडीआं भारत सरकार दियां बॉर्डर दे उत्ते तैनात सिक्योरिटी एजेंसीज़ ने, तो उन्हां दे कोल पहलां तो ही ये इनपुट है कि इस तरीके की कोशिश जिहड़ी है ਕੀਤੀ ਜਾ ਸਕਦੀ। ਤਾਂ ਹੁਣ ਮੈਂ ਸਭ ਤੋਂ ਪਹਿਲਾਂ ਡਰੋਨ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਉਹ ਵੀ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਸੀ, ਉਸ ਵੇਲੇ ਡੀਜੀਪੀ ਦਿਨਕਰ ਗੁਪਤਾ ਸਨ, ਤਾਂ ਉਹਨਾਂ ਨੇ ਸਭ ਤੋਂ ਪਹਿਲੀ ਵਾਰ ਇਹ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਵਾਲੇ ਪਾਸੇ ਹੁਣ ਜਿਹੜੀ ਤਸਕਰੀ ਹੋ ਰਹੀ ਹੈ ਉਸ ਦੇ ਵਿੱਚ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ। ਹਾਲਾਂਕਿ ਉਸ ਵੇਲੇ ਇਹ ਗੱਲ ਹਾਸੋਹੀਣੀ ਲੱਗਦੀ ਸੀ ਜਾਂ ਫਿਰ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉਹ ਡਰੋਨ ਸੀ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਅਕਸਰ ਦੇਖਦੇ ਸੀ। ਪਰ ਉਸ ਤੋਂ ਬਾਅਦ ਜਦੋਂ ਵੱਡੀ ਜਿਹੜੀ ਨਸ਼ੇ ਦੀ ਖੇਪ ਫੜੀ ਜਾਂਦੀ ਹੈ, ਫਿਰ ਉਸ ਦੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਫਿਰ ਉਹ ਜਿਹੜੇ ਮੁਲਜ਼ਮ ਨੇ ਉਹ ਇਹ ਗੱਲ ਦੱਸਦੇ ਨੇ ਕਿ ਇਹ ਨਸ਼ਾ ਜੋ ਹੈ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਮਦਦ ਦੇ ਨਾਲ ਆਇਆ। ਹਾਲਾਂਕਿ ਪਹਿਲਾਂ ਜਿਹੜੇ ਨਸ਼ਾ ਤਸਕਰ ਇਹ ਕੰਮ ਕਰਦੇ ਸੀ, ਉਸ ਤੋਂ ਬਾਅਦ ਉਹਨਾਂ ਡਰੋਨਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਸੀ। ਪਰ ਜੇਕਰ ਅਸੀਂ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਡਰੋਨ ਜਿਹੜੇ ਨੇ BSF ਔਰ ਪੰਜਾਬ ਪੁਲਿਸ ਨੇ ਜਿਹੜਾ ਜੁਆਇੰਟ ਆਪਰੇਸ਼ਨ ਦੇ ਦੌਰਾਨ ਬਰਾਮਦ ਕੀਤੇ ਨੇ। ਹਾਲਾਂਕਿ ਉਹਨਾਂ ਡਰੋਨਸ ਨੂੰ ਦੇਖ ਕੇ ਇੱਕ ਵਾਰ ਹੈਰਾਨੀ ਜ਼ਰੂਰ ਹੁੰਦੀ ਸੀ ਕਿ ਆਖਿਰਕਾਰ ਇੰਨੇ ਵੱਡੇ ਡਰੋਨਸ, ਕਿਉਂਕਿ ਜਿੰਨੀ ਕੁਆਂਟੀਟੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਔਰ ਇਹ ਜਿਸ ਡਰੋਨ ਦਾ ਜ਼ਿਕਰ ਹੁਣ ਕੀਤਾ ਜਾ ਰਿਹਾ ਹੈ 70 ਕਿਲੋ ਤੱਕ ਭਾਰ ਇਹ ਡਰੋਨ ਚੁੱਕ ਸਕਦਾ। ਤਾਂ ਹੁਣ ਤੁਸੀਂ ਕਿਹਾ ਕਿ ਆਖਿਰਕਾਰ ਇਸ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੁਝ ਦਿਨ ਪਹਿਲਾਂ ਜਦੋਂ ਸੈਸ਼ਨ ਚੱਲ ਰਿਹਾ ਸੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਸੀਂ ਡਰੋਨਸ ਦੇ ਨੂੰ ਲੈ ਕੇ ਕਾਫੀ ਗੰਭੀਰਤਾ ਦੇ ਨਾਲ ਕੰਮ ਕਰ ਰਹੇ ਹਾਂ। ਐਂਟੀ ਡਰੋਨ ਟੈਕਨੀਕਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਕੰਮ ਹੋ ਰਿਹਾ, ਕਿਉਂਕਿ ਇਹ ਇੱਕ ਬਹੁਤ ਵੱਡਾ ਖਤਰਾ ਹੈ। ਦੂਸਰੇ ਪਾਸੇ ਕਿਉਂਕਿ ਇਸ ਤਸਵੀਰ ਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਕਿ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਡਰੋਨ ਤੋਂ ਸਿੱਧਾ ਹੇਠਾਂ ਪਾਣੀ ਦੇ ਵਿੱਚ ਉਹ ਸ਼ਖਸ ਛਾਲ ਮਾਰਦਾ, ਜੋ ਕਿ ਇੱਕ ਅੱਤਵਾਦੀ ਕੈਂਪ ਦੀ ਇਹ ਵੀਡੀਓ ਜਿਹੜੀ ਆ ਉਹ ਗੱਲ ਸਾਹਮਣੇ ਆ ਰਹੀ ਕਿ ਉੱਥੋਂ ਦੀ ਵੀਡੀਓ। ਤਾਂ ਜੇਕਰ ਤੁਸੀਂ ਗੌਰਵ ਦੀਨਾਨਗਰ ਅਟੈਕ ਜਾਂ ਫਿਰ ਪਠਾਨਕੋਟ ਜੋ 에ਅਰ ਬੇਸ ਤੇ ਅਟੈਕ ਹੋਇਆ ਸੀ, ਉਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਕਾਮਨ ਸੀ। ਜੇਕਰ ਅਸੀਂ ਇਸ ਵੀਡੀਓ ਨੂੰ ਉਸ ਦੇ ਨਾਲ ਜੋੜ ਕੇ ਦੇਖੀਏ ਤਾਂ GPS ਦਾ ਵੀ ਉਦੋਂ ਜ਼ਿਕਰ ਹੋਇਆ ਸੀ ਔਰ ਜਿਹੜੇ ਉਹ ਟੈਰਰਿਸਟ ਸੀ ਉਹ ਵੀ ਰਾਵੀ ਦਰਿਆ ਦੇ ਰਾਹੀਂ ਹੀ ਦਰਿਆ ਪਾਰ ਕਰਕੇ ਭਾਰਤ ਵਾਲੇ ਪਾਸੇ ਐਂਟਰ ਹੋਏ ਸੀ। ਤਾਂ ਕਿਤੇ ਨਾ ਕਿਤੇ ਕੋਈ ਵੱਡੀ ਇਸ ਤਰੀਕੇ ਦੀ ਕਾਰਵਾਈ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਪਾਕਿਸਤਾਨ ਰਹਿੰਦਾ ਹੈ। ਹੁਣ ਇੱਕ ਜੇਕਰ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਅੰਮ੍ਰਿਤਸਰ, ਗੁਰਦਾਸਪੁਰ ਜਾਂ ਹੋਰ ਜਿਹੜਾ ਸਰਹੱਦੀ ਇਲਾਕਾ ਉਸ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਇਸ ਨੂੰ ਲੈ ਕੇ ਤਿਆਰੀ ਹੈ, ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਗਵਰਨਰ ਗੰਭੀਰਤਾ ਜ਼ਾਹਿਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ ਔਰ ਡਰੋਨ ਦੀ ਮਦਦ ਦੇ ਨਾਲ ਵੱਡੀਆਂ ਜਿਹੜੀਆਂ ਨਸ਼ੇ ਦੀਆਂ ਖੇਪਾਂ ਨੇ ਉਹ ਭੇਜੀਆਂ ਜਾ ਰਹੀਆਂ ਨੇ, ਤਾਂ ਹੁਣ ਪੰਜਾਬ ਪੁਲਿਸ ਨੇ ਇੱਕ ਨਵਾਂ ਜੋ ਪਲਾਨ ਤਿਆਰ ਕੀਤਾ ਕਿ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ। ਤਾਂ ਉਸ ਦਾ ਵੀ ਇਸ ਦੇ ਨਾਲ ਇਸ ਕਰਕੇ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਕਿ ਉਸ ਦਾ ਮਕਸਦ ਕੀ ਹੈ। ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਨੇ ਉਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਸ਼ਾਮਲ ਕੀਤਾ ਗਿਆ ਹੈ, ਦੂਸਰੇ ਜਿਹੜਾ ਪਿੰਡ ਦਾ ਕੋਈ ਸਰਪੰਚ ਜਾਂ ਪੰਚ, ਤਾਂ ਉੱਥੋਂ ਦੇ ਸਥਾਨਕ ਜਿਹੜੇ ਲੋਕ ਨੇ ਉਹਨਾਂ ਨੂੰ ਰਾਤ ਵੇਲੇ ਅਲਰਟ ਰਹਿਣ ਦੇ ਲਈ ਕਿਹਾ ਗਿਆ। ਤਾਂ ਉਸ ਦੇ ਦੋ ਮਕਸਦ ਨੇ। ਇੱਕ ਤਾਂ ਜੇਕਰ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੇ ਜ਼ਰੀਏ ਕੋਈ ਨਸ਼ੇ ਦੀ ਖੇਪ ਭੇਜੀ ਜਾਂਦੀ ਹੈ ਤਾਂ ਉਹਨਾਂ ਦਾ ਜਿਹੜਾ ਮੁੱਖ ਕੰਮ ਇਹ ਹੈ ਕਿ ਭਾਰਤ ਵਾਲੇ ਪਾਸਿਓਂ ਕੀ ਕੋਈ ਸ਼ਖਸ ਉਸ ਖੇਪ ਨੂੰ ਲੈਣ ਦੇ ਲਈ ਪਹੁੰਚਦਾ ਹੈ, ਤਾਂ ਇਹ ਧਿਆਨ ਰੱਖਣਾ। ਹੁਣ ਦੂਸਰੀ ਚੀਜ਼, ਕਿਉਂਕਿ ਪਿੰਡਾਂ ਦੇ ਵਿੱਚ ਲੋਕ ਆਮ ਤੌਰ ਤੇ ਹਰ ਇੱਕ ਬੰਦੇ ਨੂੰ, ਹਰ ਇੱਕ ਸ਼ਖਸ ਨੂੰ ਜਾਣਦੇ ਹੁੰਦੇ ਨੇ, ਤਾਂ ਜੇਕਰ ਇਸ ਤਰੀਕੇ ਦੀ ਕੋਸ਼ਿਸ਼ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਡਰੋਨ ਦੇ ਜ਼ਰੀਏ ਕੋਈ ਸ਼ਖਸ ਘੁਸਪੈਠ ਕਰਦਾ, ਤਾਂ ਉਹ ਲੋਕ ਧਿਆਨ ਰੱਖਣਗੇ ਕਿ ਕੋਈ ਬਾਹਰੀ ਸ਼ਖਸ ਤਾਂ ਪਿੰਡ ਵਿੱਚ ਨਹੀਂ ਆਇਆ। ਜੇਕਰ ਪਿੰਡ ਤੋਂ ਬਾਹਰ ਦਾ ਕੋਈ ਬੰਦਾ ਤਾਂ ਉਹ ਲੋਕ ਤੁਰੰਤ ਉਸ ਇਲਾਕੇ ਦੇ ਵਿੱਚ ਜਿਹੜੀ ਰਾਤ ਵੇਲੇ ਪੁਲਿਸ ਦੀ ਟੀਮ ਤੈਨਾਤ ਹੋਏਗੀ ਉਸ ਨੂੰ ਜਾਣਕਾਰੀ ਦੇਗੀ। ਤਾਂ ਆਪਣੇ ਆਪ ਦੇ ਵਿੱਚ ਇਹ ਚਾਹੇ ਵੀਡੀਓ ਹੁਣ ਸਾਡੇ ਤੱਕ ਪਹੁੰਚੀ ਹੈ ਅਸੀਂ ਦਿਖਾ ਰਹੇ ਹਾਂ, ਪਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਲੈ ਕੇ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਤੋਂ ਹੀ ਇਹ ਇਨਪੁਟ ਸੀ ਕਿ ਪਾਕਿਸਤਾਨ ਜਿਸ ਤਰੀਕੇ ਦੇ ਨਾਲ ਕਈ ਸੈਂਕੜੇ ਕਿਲੋ ਜਿਹੜੀ ਹੈਰੋਇਨ ਹੈ ਉਹ ਡਰੋਨ ਦੇ ਰਾਹੀਂ ਭੇਜਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਅੱਤਵਾਦੀ ਨੇ ਉਹ ਵੀ ਘੁਸਪੈਠ ਦੀ ਕੋਸ਼ਿਸ਼ ਕਰ ਸਕਦੇ ਨੇ। ਤਾਂ ਇਸ ਤਰੀਕੇ ਦੀ ਫਿਲਹਾਲ ਤਿਆਰੀ ਹੈ, ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਡਰੋਨ ਦੀ ਜਿਹੜੀ ਬਰਾਮਦਗੀ ਹੈ, ਚਾਹੇ ਹਾਲਾਂਕਿ BSF ਜਿਹੜੀ ਹੈ 24 ਘੰਟੇ ਅਲਰਟ ਰਹਿੰਦੀ ਹੈ, ਕਈ ਡਰੋਨ ਹੁਣ ਤੱਕ ਉਹਨਾਂ ਵੱਲੋਂ ਮਾਰ ਗਿਰਾਏ ਵੀ ਗਏ ਨੇ, ਪਰ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਵੀਡੀਓ ਜ਼ਰੂਰ ਹੈ ਕਿ ਜਿਸ ਤਰੀਕੇ ਦੀ ਤਿਆਰੀ ਉੱਥੇ ਕੀਤੀ ਜਾ ਰਹੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜੀ ਘੁਸਪੈਠ ਹੈ ਉਸ ਦੇ ਵਿੱਚ ਵਾਧਾ ਜਿਹੜਾ ਉਹ ਸਰਦੀਆਂ ਦੇ ਮੌਸਮ ਦੇ ਵਿੱਚ ਹੁੰਦਾ, ਜਿਸ ਤਰ੍ਹਾਂ ਹੁਣ ਮੌਸਮ ਬਦਲੇਗਾ ਤਾਂ ਸ਼ਹਿਰਾਂ ਦੇ ਵਿੱਚ ਹਾਲਾਂਕਿ ਕੁਝ
ਸਮਾਂ ਬਾਅਦ ਧੁੰਦ ਜਾਂ ਜਿਹੜੀ ਠੰਡ ਹੈ ਉਹ ਸਾਨੂੰ ਮਹਿਸੂਸ ਹੁੰਦੀ ਹੈ। ਪਰ ਬਾਰਡਰ ਕਿਉਂਕਿ ਉਹ ਖੁੱਲਾ ਇਲਾਕਾ ਹੁੰਦਾ ਹੈ, ਖੇਤਾਂ ਦੇ ਵਿੱਚ ਕਾਫੀ ਸਮਾਂ ਸ਼ਹਿਰੀ ਇਲਾਕਿਆਂ ਦੇ ਨਾਲੋਂ ਪਹਿਲਾਂ ਧੁੰਦ ਜਾਂ ਫਿਰ ਜਿਹੜੀ ਠੰਡ ਹੈ ਉਹ ਉੱਥੇ ਮਹਿਸੂਸ ਕੀਤੀ ਜਾਂਦੀ ਹੈ, ਦੇਖਣ ਨੂੰ ਮਿਲਦਾ। ਤਾਂ ਇਸ ਕਰਕੇ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਨੇ, ਸੰਗਠਨ ਨੇ ਜਾਂ ਫਿਰ ਜਿਹੜੀ ਨਸ਼ਾ ਤਸਕਰੀ ਦੇ ਨਾਲ ਜਿਹੜੇ ਜੁੜੇ ਲੋਕ ਨੇ, ਤਾਂ ਉਹ ਉਸ ਮੌਸਮ ਦਾ ਜਿਹੜਾ ਜ਼ਿਆਦਾ ਅਸੀਂ ਕਹਿ ਸਕਦੇ ਕਿ ਲਾਹਾ ਲੈਂਦੇ ਨੇ। ਉਸ ਮੌਸਮ ਦੀ ਆੜ ਦੇ ਵਿੱਚ ਘੁਸਪੈਠ ਜ਼ਿਆਦਾ ਕੀਤੀ ਜਾਂਦੀ ਜਦੋਂ ਪੂਰੇ ਇਲਾਕੇ ਦੇ ਵਿੱਚ ਸੰਘਣੀ ਧੁੰਦ ਛਾਈ ਹੁੰਦੀ। ਤਾਂ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਹੁਣ ਜਦੋਂ ਗਰਮੀ ਤੋਂ ਬਾਅਦ ਸਰਦੀ ਦਾ ਮੌਸਮ ਆਉਣਾ ਤਾਂ ਕਿਤੇ ਨਾ ਕਿਤੇ BSF, ਪੰਜਾਬ ਪੁਲਿਸ ਔਰ ਸਿਕਿਉਰਿਟੀ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੀ ਕਿਤੇ ਨਾ ਕਿਤੇ ਇੱਕ ਚਿੰਤਾ ਜ਼ਰੂਰ ਵਧੇਗੀ। ਇੱਕ ਚੁਣੌਤੀ ਉਹਨਾਂ ਦੇ ਲਈ ਜ਼ਰੂਰ ਇਹ ਜਿਹੜਾ ਨਵਾਂ ਤਰੀਕਾ ਇਖਤਿਆਰ ਕੀਤਾ ਜਾ ਰਿਹਾ ਉਹ ਬਣ ਸਕਦਾ। ਪਰ ਫਿਲਹਾਲ ਪੰਜਾਬ ਦੇ ਨਾਲ ਲੱਗਦੇ ਬਾਰਡਰ ਦੇ ਵਿੱਚ ਡਰੋਨਸ ਬਰਾਮਦ ਹੋਏ ਨੇ, ਨਸ਼ੇ ਦੀ ਖੇਪ ਬਰਾਮਦ ਹੋਈ ਹੈ, ਹਥਿਆਰ ਬਰਾਮਦ ਹੋਏ ਨੇ, ਪਰ ਹਾਲੇ ਤੱਕ ਐਸੀ ਕੋਈ ਵੀ ਘੁਸਪੈਠ ਦੀ ਜਿਹੜੀ ਵਾਰਦਾਤ ਹੈ ਉਹ ਫਿਲਹਾਲ ਰਿਪੋਰਟ ਨਹੀਂ ਹੋਈ। ਪਰ ਇਹ ਜ਼ਰੂਰ ਲੱਗ ਰਿਹਾ ਕਿ ਸਰਦੀ ਦੇ ਮੌਸਮ ਦੇ ਵਿੱਚ ਪਾਕਿਸਤਾਨੀ ਜਿਹੜੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਹੜੇ ਅੱਤਵਾਦੀ ਸੰਗਠਨ ਨੇ ਉਹ ਇਸ ਤਰੀਕੇ ਦੀ ਕੋਸ਼ਿਸ਼ ਘੁਸਪੈਠ ਦੀ ਕਰ ਸਕਦੇ ਨੇ। ਜੀ ਗੌਰਵ ਜੀ ਬਿਲਕੁਲ, ਤੁਸੀਂ ਬਹੁਤ ਅਹਿਮ ਪੁਆਇੰਟ ਕਿਹਾ ਕਿਉਂਕਿ ਸਤੰਬਰ ਦਾ ਮਹੀਨਾ ਇਸ ਸਮੇਂ ਚੱਲ ਰਿਹਾ, ਇਨਫੈਕਟ ਅੱਧਾ ਨਿਕਲ ਚੁੱਕਿਆ ਤੇ ਉਸ ਤੋਂ ਬਾਅਦ ਅਕਤੂਬਰ, ਨਵੰਬਰ ਸਰਦੀ ਪੂਰੀ ਹੋਏਗੀ। ਖਾਸ ਤੌਰ ਤੇ ਦਸੰਬਰ, ਜਨਵਰੀ, ਫਰਵਰੀ ਜਦੋਂ ਬਹੁਤ ਧੁੰਦਾਂ ਵੀ ਪੈਂਦੀਆਂ ਨੇ, ਬਹੁਤ ਫੌਗ ਹੁੰਦੀ ਹੈ ਔਰ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਨੂੰ 10 ਮੀਟਰ ਦੇ ਉੱਤੇ ਵੀ ਨਜ਼ਰ ਨਹੀਂ ਆਉਂਦਾ। ਔਰ ਜਦੋਂ ਖੇਤਾਂ ਦੇ ਵਿੱਚ ਜਾਈਏ ਜਾਂ ਫਿਰ ਬਿਲਕੁਲ ਬਾਰਡਰ ਦੇ ਇਲਾਕੇ ਦੇ ਵਿੱਚ ਉੱਥੇ ਹੋਰ ਵੀ ਵਿਜ਼ਿਬਿਲਿਟੀ ਘੱਟ ਹੋ ਜਾਂਦੀ ਹੈ। ਤਾਂ ਅਜਿਹੇ ਦੇ ਵਿੱਚ ਡਰੋਨ ਨੂੰ ਉਡਾਉਣਾ, ਡਰੋਨ ਦੇ ਜ਼ਰੀਏ ਕੋਈ ਚੀਜ਼ ਇੱਕ ਪਾਸੇ ਤੋਂ ਦੂਜੇ ਪਾਸੇ ਭੇਜਣੀ ਦਹਿਸ਼ਤਗਰਦਾਂ ਦੇ ਲਈ ਆਸਾਨ ਹੋ ਜਾਂਦੀ ਹੈ ਔਰ ਵੱਡੀ ਚੁਣੌਤੀ ਹੋਰ ਵੀ ਵੱਡੀ ਹੋ ਜਾਂਦੀ ਹੈ ਭਾਰਤੀ ਏਜੰਸੀਆਂ ਦੇ ਲਈ। ਰਾਜੀਵ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤੇ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜ਼ਰਾ ਅੰਦਾਜ਼ਾ ਲਗਾ ਕੇ ਦੇਖੋ ਕਿ ਬਿਲਕੁਲ ਗਰਮੀ ਦੇ ਮੌਸਮ ਦੇ ਵਿੱਚ ਜਾਂ ਉਸ ਸਮੇਂ ਦੇ ਮੌਸਮ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਦੋਂ ਕੋਈ ਧੁੰਦ ਨਹੀਂ ਹੈ, ਜਦੋਂ ਦੂਰ ਤੱਕ ਦੇਖਣਾ ਮੁਸ਼ਕਿਲ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖੀਏ ਤਾਂ ਆਪਾਂ ਨੂੰ ਕਰੀਬ ਤੁਸੀਂ ਕਾਫੀ ਦੂਰ ਤੱਕ ਦੇਖ ਸਕਦੇ ਹੋ। ਆਪਾਂ ਕਈ ਕਿੱਲੇ ਦੂਰ ਤੱਕ ਆਪਣੀ ਨਜ਼ਰ ਚਲੀ ਜਾਂਦੀ ਹੈ, ਕੋਈ ਬੱਤੀ ਬਲਦੀ ਹੋਵੇ, ਕੋਈ ਲਾਈਟ ਜਗਦੀ ਹੋਵੇ ਤਾਂ ਬਹੁਤ ਦੂਰ ਤੱਕ ਦੇਖਣਾ ਆਸਾਨ ਹੁੰਦਾ ਹੈ। ਤਾਂ ਉਸ ਸਮੇਂ ਪ੍ਰੈਕਟਿਸ ਕੀਤੀ ਜਾ ਰਹੀ ਹੈ ਤਾਂ ਕਿ ਇਸ ਦਾ ਜਿਹੜਾ ਬਿਲਕੁਲ ਅੰਜਾਮ ਹੈ ਜਾਂ ਫਿਰ ਕੋਸ਼ਿਸ਼ ਜਿਹੜੀ ਕੀਤੀ ਜਾਣੀ ਉਹ ਸਰਦੀਆਂ 'ਚ ਕੀਤੀ ਜਾਏਗੀ। ਪਰ ਇਸ ਦੇ ਲਈ ਲਾਜ਼ਮੀ ਤੌਰ ਤੇ ਜਿਹੜੀਆਂ ਸੁਰੱਖਿਆ ਏਜੰਸੀਆਂ ਅਲਰਟ ਹੋਣਗੀਆਂ। ਇਹ ਲਸ਼ਕਰ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਜਾ ਰਹੀ ਹੈ, ਸਾਜ਼ਿਸ਼ ਘੜੀ ਜਾ ਰਹੀ ਹੈ ਦੇਸ਼ ਦੇ ਖਿਲਾਫ। ਇਹ ਬਹੁਤ ਵੱਡੀ ਖਬਰ ਹੈ ਸੁਰੱਖਿਆ ਨੂੰ ਲੈ ਕੇ, ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਦਹਿਸ਼ਤਗਰਦ ਜੇਕਰ ਇਸ ਵਾਲੇ ਪਾਸੇ ਆਉਂਦੇ ਨੇ ਤਾਂ ਫਿਰ ਚਿੰਤਾ ਬਹੁਤ ਵੱਧ ਸਕਦੀ ਹੈ। ਸੋਚ ਕੇ ਦੇਖੋ ਕਿ ਹੁਣ ਤੱਕ ਆਪਾਂ ਜਿਹੜਾ ਹਥਿਆਰ ਆਉਂਦਾ ਹੈ ਜਾਂ ਫਿਰ ਕੋਈ ਡਰੱਗਸ ਆਉਂਦੀ ਹੈ ਉਸ ਨੂੰ ਲੈ ਕੇ ਹੀ ਚਿੰਤਾ ਜਤਾਈ ਜਾਂਦੀ ਹੈ। ਪਰ ਡਰੱਗਸ 2, 4, 5 ਕਿਲੋ ਆਉਂਦੀ ਹੋਵੇ ਤਾਂ 70 ਕਿਲੋ ਦੇ ਸ਼ਖਸ ਦੇ ਸਾਹਮਣੇ ਕੀ ਹੈ, ਕੁਝ ਵੀ ਨਹੀਂ ਸ਼ਾਇਦ। ਔਰ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿੰਨਾ ਵੱਡਾ ਡਰੋਨ ਹੈ। ਉਸ ਡਰੋਨ ਦੇ ਵਿੱਚ ਜਾਂ ਕਹੀਏ ਕਿ ਡਰੋਨ ਦੇ ਨਾਲ ਬਿਲਕੁਲ ਸ਼ਖਸ ਉੱਥੇ ਆ ਰਿਹਾ ਜੋ ਛਾਲ ਮਾਰਦਾ ਪਾਣੀ ਦੇ ਵਿੱਚ। ਇੱਕ ਤਰੀਕੇ ਨਾਲ ਲਸ਼ਕਰ ਦੇਸ਼ ਦੇ ਦੁਸ਼ਮਣ ਟ੍ਰੇਨਿੰਗ ਕਰ ਰਹੇ ਨੇ ਔਰ ਪੰਜਾਬ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਹੈ ਔਰ ਇੱਕ ਘੁਸਪੈਠ ਦੇ ਜ਼ਰੀਏ ਹੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਤੁਹਾਨੂੰ ਯਾਦ ਹੋਏਗਾ 26/11/2008 ਦੇ ਵਿੱਚ ਜਦੋਂ ਮੁੰਬਈ ਦੇ ਉੱਤੇ ਅਟੈਕ ਕੀਤਾ ਗਿਆ, ਤਾਜ ਹੋਟਲ ਦੇ ਉੱਤੇ, ਨਰੀਮਨ ਹਾਊਸ ਦੇ ਉੱਤੇ, ਉਸ ਸਮੇਂ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਤਾਂ ਉਹ ਕੁਝ ਇਸ ਤਰੀਕੇ ਨਾਲ ਇਨਫਿਲਟ੍ਰੇਸ਼ਨ ਕੀਤੀ ਗਈ। ਉਦੋਂ ਕਿਸ਼ਤੀ ਦੇ ਜ਼ਰੀਏ, ਸਮੁੰਦਰ ਦੇ ਜ਼ਰੀਏ ਮੁੰਬਈ ਦੇ ਵਿੱਚ ਐਂਟਰ ਕੀਤੇ ਸੀ, ਪਰ ਘੁਸਪੈਠ ਤਾਂ ਹੋਈ ਸੀ ਨਾ। ਘੁਸਪੈਠ ਜੇ ਇਸ ਤਰੀਕੇ ਨਾਲ ਹੁੰਦੀ ਹੈ ਤਾਂ ਫਿਰ ਇਹ ਬਹੁਤ ਵੱਡੀ ਚੁਣੌਤੀ ਹੋਏਗੀ ਪੂਰੇ ਦੇਸ਼ ਦੇ ਲਈ, ਪੰਜਾਬ ਦੇ ਲਈ, ਕਿਉਂਕਿ ਅਸੀਂ ਸਰਹੱਦੀ ਜ਼ਿਲ੍ਹਾ ਹੈ ਔਰ ਸਰਹੱਦੀ ਸਟੇਟ ਆ। ਉੱਥੇ ਸਾਡੇ ਸਰਹੱਦੀ ਜਿਹੜੇ ਜ਼ਿਲ੍ਹੇ ਨੇ ਉੱਥੇ ਬਹੁਤ ਇੱਕ ਚਿੰਤਾ ਵਾਲੀ ਗੱਲ ਜ਼ਰੂਰ ਹੋਏਗੀ। ਉਮੀਦ ਕਰਦੇ ਹਾਂ ਕਿ BSF ਜਾਂ ਦੇਸ਼ ਦੀਆਂ ਜਿਹੜੀਆਂ ਹੋਰ ਏਜੰਸੀਆਂ ਨੇ ਉਹ ਬਾਖੂਬੀ ਇਸ ਦੇ ਨਾਲ ਟੈਕਲ ਕਰਨਗੀਆਂ, ਇਸ ਦੇ ਲਈ ਵੀ ਪ੍ਰੋਪਰ ਰਣਨੀਤੀ ਬਣਾਉਣਗੀਆਂ ਤੇ ਦੁਸ਼ਮਣ ਦੀ ਇਸ ਡਰੋਨ ਡ੍ਰੌਪਿੰਗ ਵਾਲੀ ਸਾਜ਼ਿਸ਼ ਨੂੰ ਵੀ ਨਾਕਾਮ ਕਰਨਗੀਆਂ।